ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ। ਅੱਜ ਤੁਸੀਂ ਸੁਣੋਗੇ ਨਾਵਲ ਕਚਕੌਲ। ਲੇਖਕ ਨੇ ਅਮਨਪ੍ਰੀਤ ਸਿੰਘ ਮਾਨ ਤੇ ਪਬਲਿਸ਼ਰ ਨੇ ਚੇਤਨਾ ਪ੍ਰਕਾਸ਼ਨ ਲੁਧਿਆਣਾ। ਅੱਜ ਤੁਸੀਂ ਸੁਣੋਗੇ ਭਾਗ ਪਹਿਲਾ। ਕਾਇਨਾਤ ਦਾ ਅੱਜ ਕਾਲਜ ਵਿੱਚ ਪਹਿਲਾ ਦਿਨ ਹੈ। ਮਨ ਵਿੱਚ ਨਵੀਂ ਉਮੰਗ ਅਤੇ ਡਰ ਦੋਨੋਂ ਮੌਜੂਦ ਹਨ। ਕਾਇਨਾਤ 18 ਵਰ੍ਹਿਆਂ ਦੀ ਬਹੁਤ ਹੀ ਖੂਬਸੂਰਤ ਕੁੜੀ ਅਤੇ ਮਾਪਿਆਂ ਦੀ ਇਕਲੌਤੀ ਧੀ ਹੈ। ਸੂਰਤ ਅਤੇ ਸੀਰਤ ਪੱਖੋਂ ਉਸ ਦਾ ਕੋਈ ਵੀ ਸਾਨੀ ਨਹੀਂ। ਬਚਪਨ ਤੋਂ ਹੀ ਉਸ ਦੇ ਮਾਪਿਆਂ ਨੇ ਉਸ ਦੀ ਹਰ ਖੁਸ਼ੀ ਅਤੇ ਹਰ ਇੱਛਾ ਦਾ ਖਾਸ ਧਿਆਨ ਰੱਖਿਆ ਹੈ। ਉਸ ਦਾ ਪਿਤਾ ਜ਼ਿਆਦਾ ਪੜ੍ਹਿਆ ਲਿਖਿਆ ਨਾ ਹੋਣ ਕਰਕੇ ਮਜ਼ਦੂਰੀ ਦਾ ਕੰਮ ਕਰਦਾ ਹੈ। ਪਿਤਾ ਪੁਰਖਿਆਂ ਦੀ ਜ਼ਮੀਨ ਜਾਇਦਾਦ ਜਿੰਨੀ ਵੀ ਉਸ ਦੇ ਹਿੱਸੇ ਆਈ ਸੀ, ਉਸ ਤੋਂ ਟੱਬਰ ਦਾ ਗੁਜ਼ਾਰਾ ਕਰਨਾ ਬਹੁਤ ਹੀ ਔਖਾ ਸੀ। ਪਰ ਆਪਣੀ ਇਕਲੌਤੀ ਧੀ ਦੀ ਖੁਸ਼ੀ ਲਈ ਉਹ ਕੁਝ ਵੀ ਕਰ ਸਕਦਾ ਸੀ। ਘਰ ਵਿੱਚ ਆਰਥਿਕ ਤੰਗੀ ਦੇ ਬਾਵਜੂਦ ਉਸ ਨੇ ਕਦੇ ਵੀ ਆਪਣੀ ਧੀ ਦੀਆਂ ਜ਼ਰੂਰਤਾਂ ਦਾ ਕਤਲ ਨਹੀਂ ਹੋਣ ਦਿੱਤਾ। ਬਲਵੰਤ ਸਿੰਘ ਤੇ ਹਰਪਾਲ ਕੌਰ ਦੋਵਾਂ ਨੇ ਮਿਲ ਕੇ ਆਪਣੀ ਧੀ ਕਾਇਨਾਤ ਨੂੰ ਬਹੁਤ ਹੀ ਵਧੀਆ ਸੰਸਕਾਰ ਦਿੱਤੇ ਸਨ। ਹਲੀਮੀ ਅਤੇ ਨਿਮਰਤਾ ਜੋ ਉਹਨਾਂ ਦੋਹਾਂ ਵਿੱਚ ਪਹਿਲਾਂ ਤੋਂ ਮੌਜੂਦ ਸੀ, ਉਹ ਸਾਰੇ ਗੁਣ ਅਤੇ ਸਿਆਣਪ ਅੱਜ ਕਾਇਨਾਤ ਵਿੱਚ ਝਲਕਦੀ ਹੈ। ਕਾਇਨਾਤ ਬਚਪਨ ਤੋਂ ਹੀ ਪੜ੍ਹਾਈ ਵਿੱਚ ਅੱਵਲ ਆਉਂਦੀ ਹੈ। ਇੱਕ ਵਾਰ ਜੋ ਉਸਨੇ ਆਪਣੀ ਕਲਾਸ ਵਿੱਚ ਸਿਖਰ ਨੂੰ ਛੂਹਿਆ, ਫਿਰ ਮੁੜ ਕੇ ਨਹੀਂ ਵੇਖਿਆ ਅਤੇ ਜਮਾਤ ਦਰ ਜਮਾਤ ਉਸ ਨੇ ਪਹਿਲਾਂ ਨਾਲੋਂ ਬਿਹਤਰ ਅੰਕ ਤੇ ਦਰਜਾ ਲੈ ਕੇ ਸਰ ਕੀਤਾ। ਪੜ੍ਹਾਈ ਦੇ ਨਾਲ ਨਾਲ ਸੁਭਾਅ ਪੱਖੋਂ ਵੀ ਕਾਇਨਾਤ ਦਾ ਕੋਈ ਸਾਨੀ ਨਹੀਂ ਹੈ। ਉਸ ਦਾ ਹਸਮੁਖ ਤੇ ਰਲੌਟਾ ਸੁਭਾਅ ਹਰ ਇੱਕ ਦੇ ਦਿਲ ਤੇ ਡੂੰਘੀ ਛਾਪ ਛੱਡਦਾ ਹੈ। ਕੋਈ ਵੀ ਉਸ ਨੂੰ ਇੱਕ ਵਾਰ ਮਿਲਦਾ ਤਾਂ ਬਸ ਉਸ ਦਾ ਹੋ ਕੇ ਰਹਿ ਜਾਂਦਾ। ਉਸ ਦੇ ਦੋਸਤ ਉਸ ਦੇ ਇਸ ਸੁਭਾਅ ਦੇ ਕਾਇਲ ਨੇ। ਹਰ ਵਾਰ ਅੱਵਲ ਆਉਣ ਦੇ ਬਾਵਜੂਦ ਵੀ ਉਸ 'ਚ ਕਿਸੇ ਵੀ ਪ੍ਰਕਾਰ ਦਾ ਕੋਈ ਗਰੂਰ ਜਾਂ ਘਮੰਡ ਨਹੀਂ ਹੈ। ਅਕਸਰ ਉਹ ਪੜ੍ਹਾਈ ਵਿੱਚ ਦੂਜਿਆਂ ਦੀ ਖੂਬ ਮਦਦ ਵੀ ਕਰਦੀ ਹੈ। ਇਹ ਕੰਮ ਉਸ ਦੇ ਦਿਲ ਨੂੰ ਸਕੂਨ ਦਿੰਦਾ ਹੈ। ਉਸ ਨੇ ਕਦੇ ਵੀ ਇਹ ਨਹੀਂ ਸੋਚਿਆ ਕਿ ਉਸ ਦੇ ਸਾਥੀ ਵਿਦਿਆਰਥੀ ਜਿਨ੍ਹਾਂ ਦੀ ਉਹ ਹਰ ਸਮੇਂ ਸਹਾਇਤਾ ਕਰਦੀ ਹੈ, ਇੱਕ ਦਿਨ ਉਸ ਤੋਂ ਅੱਗੇ ਨਿਕਲ ਜਾਣਗੇ। ਇਸ ਤਰ੍ਹਾਂ ਦੀ ਘ੍ਰਿਣਾ ਦਾ ਉਸ ਦੇ ਸੁਭਾਅ ਨਾਲ ਦੂਰ ਦੂਰ ਤੱਕ ਕੋਈ ਰਿਸ਼ਤਾ ਨਹੀਂ ਹੈ। ਉਹ ਅਕਸਰ ਇਹੋ ਸੋਚਦੀ ਅਤੇ ਕਹਿੰਦੀ ਹੈ ਕਿ ਉਸ ਦਾ ਮੁਕਾਬਲਾ ਸਿਰਫ ਇੱਕ ਹੀ ਵਿਦਿਆਰਥੀ ਨਾਲ ਹੈ ਤੇ ਉਹ ਵਿਦਿਆਰਥੀ ਕਾਇਨਾਤ ਖੁਦ ਹੀ ਹੈ। ਉਹ ਆਪਣਾ ਮੁਕਾਬਲਾ ਹਮੇਸ਼ਾ ਆਪਣੇ ਨਾਲ ਹੀ ਕਰਦੀ ਹੈ ਕਿ ਕਿਵੇਂ ਉਸ ਦਾ ਆਉਣ ਵਾਲਾ ਕੱਲ੍ਹ ਉਸ ਦੇ ਬੀਤ ਚੁੱਕੇ ਕੱਲ੍ਹ ਤੋਂ ਬਿਹਤਰ ਹੋਵੇਗਾ। ਇਹੋ ਕਾਰਨ ਹੈ ਕਿ ਕਿਸੇ ਹੋਰ ਨਾਲ ਮੁਕਾਬਲੇ ਦੀ ਭਾਵਨਾ ਕਦੇ ਵੀ ਉਸ ਦੇ ਮਨ ਵਿੱਚ ਨਹੀਂ ਆਈ। ਉਸ ਦੇ ਸਾਰੇ ਦੋਸਤ ਵੀ ਉਸ ਦੇ ਇਸ ਸੁਭਾਅ ਦੇ ਕਾਇਲ ਸਨ। ਅੱਜ ਕਾਲਜ ਜਾਣ ਸਮੇਂ ਉਸ ਦੇ ਮਨ ਵਿੱਚ ਦੋਸਤਾਂ ਦੀਆਂ ਯਾਦਾਂ ਅਤੇ ਨਵੇਂ ਦੋਸਤਾਂ ਨੂੰ ਮਿਲਣ ਦਾ ਚਾਅ ਅਤੇ ਮਨ ਵਿੱਚ ਪਹਿਲੇ ਦਿਨ ਦਾ ਥੋੜ੍ਹਾ ਥੋੜ੍ਹਾ ਡਰ ਵੀ ਹੈ, ਜੋ ਅਕਸਰ ਹਰ ਵਿਦਿਆਰਥੀ ਦੇ ਮਨ ਵਿੱਚ ਪਹਿਲੇ ਦਿਨ ਹੁੰਦਾ ਹੈ। ਉਸ ਦੇ ਕਈ ਪੁਰਾਣੇ ਮਿੱਤਰ ਸਹਿਜਪ੍ਰੀਤ, ਹਰਨੂਰ, ਮਹਿਕ ਅਤੇ ਪਵਨ ਵੀ ਇਸ ਕਾਲਜ ਵਿੱਚ ਹੀ ਦਾਖਲ ਹੋਏ ਨੇ। ਇਹਨਾਂ ਸਭ ਨੇ ਵੀ ਪੜ੍ਹਾਈ ਵਿੱਚ ਵਧੀਆ ਅੰਕ ਪ੍ਰਾਪਤ ਕਰਕੇ ਕਾਇਨਾਤ ਦੇ ਨਾਲ ਕਾਲਜ ਦੀ ਮੈਰਿਟ ਵਿੱਚ ਥਾਂ ਬਣਾਈ ਹੈ। ਸਹਿਜਪ੍ਰੀਤ ਅਤੇ ਹਰਨੂਰ ਤਾਂ ਕਾਇਨਾਤ ਵਾਲੇ ਮਜ਼ਮੂਨ ਵਿੱਚ ਹੀ ਦਾਖਲਾ ਲੈਣ ਵਿੱਚ ਸਫਲ ਹੋਏ ਹਨ। ਸਹਿਜਪ੍ਰੀਤ ਇੱਕ ਬਹੁਤ ਹੀ ਨੇਕ ਸਾਊ ਸੁਭਾਅ ਦਾ ਬਹੁਤ ਹੀ ਵਧੀਆ ਤੇ ਮਿਹਨਤੀ ਮੁੰਡਾ ਹੈ ਅਤੇ ਕਾਇਨਾਤ ਦਾ ਦੂਰ ਦਾ ਰਿਸ਼ਤੇਦਾਰ ਵੀ ਹੈ। ਸਹਿਜ ਤੇ ਕਾਇਨਾਤ ਬਹੁਤ ਹੀ ਵਧੀਆ ਦੋਸਤ ਨੇ। ਦੋਹਾਂ ਦਾ ਸੁਭਾਅ, ਸੋਚ ਅਤੇ ਸਮਝ ਲਗਭਗ ਇੱਕੋ ਜਿਹੀ ਹੋਣ ਕਰਕੇ ਦੋਹਾਂ ਵਿੱਚ ਬਹੁਤ ਹੀ ਗਹਿਰੀ ਦੋਸਤੀ ਹੈ ਅਤੇ ਹਰਨੂਰ ਇਹਨਾਂ ਦੀ ਤੀਸਰੀ ਸਾਥੀ ਹੈ। ਸਕੂਲ ਵਿੱਚ ਪਹਿਲੀ, ਦੂਸਰੀ ਅਤੇ ਤੀਸਰੀ ਪੋਜੀਸ਼ਨ ਇਹਨਾਂ ਦੀ ਹੀ ਪੱਕੀ ਸੀ।
ਪੜ੍ਹਾਈ ਤੋਂ ਬਿਨਾਂ ਵੀ ਇਹ ਅਕਸਰ ਇੱਕ ਦੂਜੇ ਨਾਲ ਹਰ ਗੱਲ ਸਾਂਝੀ ਕਰਦੇ ਹਨ। ਸਾਰਾ ਸਕੂਲ ਇਹਨਾਂ ਨੂੰ ਤਿੱਕੜੀ ਕਹਿ ਕੇ ਬੁਲਾਉਂਦਾ ਸੀ। 12ਵੀਂ ਜਮਾਤ ਵਿੱਚ ਵੀ ਇਹਨਾਂ ਨੇ ਮਨ ਵਿੱਚ ਧਾਰਿਆ ਸੀ ਕਿ ਸ਼ਹਿਰ ਦੇ ਸਭ ਤੋਂ ਵੱਡੇ ਕਾਲਜ ਵਿੱਚ ਦਾਖਲਾ ਲੈਣਾ ਹੈ ਅਤੇ ਇੱਕ ਹੀ ਮਜ਼ਮੂਨ ਵਿੱਚ ਦਾਖਲਾ ਲੈਣਾ ਹੈ। ਨੀਤਾਂ ਨੂੰ ਮੁਰਾਦਾਂ ਹੁੰਦੀਆਂ ਨੇ ਅਤੇ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ। ਮੈਰਿਟ ਲਿਸਟ ਵਿੱਚ ਤਿੰਨਾਂ ਦਾ ਨਾਮ ਆਉਣ 'ਤੇ ਇਹਨਾਂ ਦੀ ਖੁਸ਼ੀ ਨੂੰ ਬਿਆਨ ਕਰਨਾ ਸੂਰਜ ਨੂੰ ਦੀਵਾ ਵਿਖਾਉਣ ਦੇ ਬਰਾਬਰ ਹੈ। ਪਰ ਕਾਲਜ ਨੂੰ ਜਾਣ ਵਾਲੇ ਤਿੰਨਾਂ ਦੇ ਰਾਹ ਵੱਖੋ ਵੱਖਰੇ ਸੀ। ਸਹਿਜ ਨੇ ਤਾਂ 12ਵੀਂ ਦੇ ਪੇਪਰਾਂ ਤੋਂ ਬਾਅਦ ਹੀ ਆਪਣੇ ਮਾਤਾ-ਪਿਤਾ ਨੂੰ ਕਹਿ ਕੇ ਮੋਟਰਸਾਈਕਲ ਲੈ ਲਿਆ ਸੀ, ਕਿਉਂਕਿ ਉਸ ਦੇ ਪਿੰਡ ਤੋਂ ਸਿੱਧੀ ਬੱਸ ਦਾ ਕਾਲਜ ਨੂੰ ਕੋਈ ਰੂਟ ਨਹੀਂ ਸੀ। ਹਰਨੂਰ ਜੋ ਸ਼ਹਿਰ ਦੀ ਹੀ ਵਸਨੀਕ ਸੀ, ਉਸ ਨੂੰ ਕਾਲਜ ਕੋਈ ਜ਼ਿਆਦਾ ਦੂਰ ਨਹੀਂ ਸੀ, ਪਰ ਕਾਇਨਾਤ ਨੂੰ ਪੂਰਾ 1 ਘੰਟੇ ਦਾ ਸਫ਼ਰ ਬੱਸ ਵਿੱਚ ਹੀ ਤੈਅ ਕਰਨਾ ਪਿਆ। ਬੱਸ ਵਿੱਚ ਬੈਠੀ ਕਾਇਨਾਤ ਦਾ ਆਪਣੀਆਂ ਪੁਰਾਣੀਆਂ ਯਾਦਾਂ ਵਿੱਚ ਖੋ ਕੇ ਅਤੇ ਕਾਲਜ ਜਾ ਕੇ ਸਹਿਜ, ਹਰਨੂਰ, ਮਹਿਕ ਤੇ ਪਵਨ ਨੂੰ ਮਿਲਣ ਦੀ ਸੋਚ ਵਿੱਚ ਸਫ਼ਰ ਕਦੋਂ ਬੀਤ ਗਿਆ ਕੁਝ ਪਤਾ ਹੀ ਨਾ ਲੱਗਿਆ। ਬੱਸ ਜਿਉਂ ਹੀ ਕਾਲਜ ਦੇ ਗੇਟ ਅੱਗੇ ਰੁਕੀ ਤਾਂ ਉਸ ਦੇ ਦਿਲ ਦੀ ਧੜਕਨ ਤੇਜ਼ ਹੋ ਗਈ। ਬੱਸ ਤੋਂ ਹੇਠਾਂ ਉਤਰ ਕੇ ਕਾਲਜ ਵੱਲ ਜਾਂਦੇ ਇੱਕ ਕਦਮ ਵਿੱਚ ਇੱਕ ਨਵੀਂ ਉਮੰਗ ਅਤੇ ਅਜੀਬ ਜਿਹੀ ਘਬਰਾਹਟ ਉਸ ਦੇ ਚਿਹਰੇ 'ਤੇ ਸੀ। ਬਹੁਤ ਵਿਦਿਆਰਥੀ ਉਸ ਦੇ ਨਾਲ ਸੜਕ ਪਾਰ ਕਰਕੇ ਕਾਲਜ ਦੇ ਗੇਟ ਵੱਲ ਜਾ ਰਹੇ ਸੀ, ਪਰ ਕਾਇਨਾਤ ਲਈ ਇਹ ਸਾਰੇ ਨਵੇਂ ਚਿਹਰੇ ਸਨ। ਉਹ ਲੱਭ ਰਹੀ ਸੀ ਤਾਂ ਇਹਨਾਂ ਨਵੇਂ ਚਿਹਰਿਆਂ ਵਿੱਚੋਂ ਕੋਈ ਆਪਣਾ ਜੋ ਉਸ ਨੂੰ ਛੇਤੀ ਤੋਂ ਛੇਤੀ ਮਿਲ ਜਾਵੇ, ਤਾਂ ਕਿ ਨਵੇਂ ਕਾਲਜ ਵਿੱਚ ਪਹਿਲੇ ਦਿਨ ਦਾ ਅਜੀਬ ਜਿਹਾ ਡਰ ਜੋ ਉਹ ਮਹਿਸੂਸ ਕਰ ਰਹੀ ਹੈ ਛੇਤੀ ਤੋਂ ਛੇਤੀ ਖਤਮ ਹੋ ਜਾਵੇ। ਅਚਾਨਕ ਹੀ ਸੜਕ ਦੇ ਵਿਚਕਾਰ ਬਿਲਕੁਲ ਹੀ ਉਸ ਦੇ ਕੋਲ ਆ ਕੇ ਤੇਜ਼ੀ ਨਾਲ ਇੱਕ ਮੋਟਰਸਾਈਕਲ ਰੁਕਦਾ ਹੈ, ਜਿਸ ਨਾਲ ਇੱਕਦਮ ਕਾਇਨਾਤ ਦੇ ਸਾਹ ਰੁਕ ਜਾਂਦੇ ਹਨ ਅਤੇ ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦੀ ਉਸ ਦੀਆਂ ਅੱਖਾਂ ਅੱਗੇ ਹਨੇਰਾ ਆ ਜਾਂਦਾ ਹੈ। ਨਾ ਸਹਿਣਯੋਗ ਜਲਣ ਚਿਹਰੇ ਅਤੇ ਅੱਖਾਂ ਵਿੱਚ ਪੈਣ ਲੱਗਦੀ ਹੈ। ਇਸ ਜਲਣ ਕਰਕੇ ਉਸ ਦੀਆਂ ਚੀਕਾਂ ਅਸਮਾਨ ਦਾ ਸੀਨਾ ਚੀਰ ਰਹੀਆਂ ਸੀ। ਰੂਹ ਨੂੰ ਕੰਬਾਉਣ ਵਾਲੀਆਂ ਉਸ ਦੀਆਂ ਚੀਕਾਂ ਦੀ ਗਿਣਤੀ ਵੱਧਦੀ ਜਾ ਰਹੀ ਸੀ। ਹਰ ਰਾਹਗੀਰ ਤੇ ਸੁਣਨ ਵਾਲਾ ਉਸ ਦੀਆਂ ਚੀਕਾਂ ਵਿਚਲੀ ਦਰਦ ਭਰੀ ਆਵਾਜ਼ ਨੂੰ ਸੁਣ ਕੇ ਕੰਬ ਉੱਠਿਆ। ਕਿਸੇ ਨੂੰ ਵੀ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਗਿਆ। ਅਚਾਨਕ ਹੀ ਚਾਰੇ ਪਾਸੇ ਤੇਜ਼ਾਬੀ ਹਮਲੇ ਦਾ ਰੌਲਾ ਪੈ ਗਿਆ। ਇਹ ਹਮਲਾ ਉਸ ਮਾਸੂਮ ਉੱਪਰ ਹੋਇਆ ਜੋ ਪਹਿਲੇ ਦਿਨ ਕਾਲਜ ਜਾ ਰਹੀ ਸੀ। ਦਰਅਸਲ ਕਿਸੇ ਨੇ ਕਾਇਨਾਤ ਦੇ ਚਿਹਰੇ ਉੱਪਰ ਤੇਜ਼ਾਬੀ ਹਮਲਾ ਕੀਤਾ ਸੀ ਤੇ ਜਿਸ ਨੇ ਇਹ ਹਮਲਾ ਕੀਤਾ ਸੀ ਉਹ ਪੂਰੀ ਤਿਆਰੀ ਨਾਲ ਆਇਆ ਸੀ ਅਤੇ ਹਮਲਾ ਕਰਨ ਤੋਂ ਬਾਅਦ ਕਿੱਧਰ ਗਿਆ ਕਿਸੇ ਨੂੰ ਕੁਝ ਵੀ ਪਤਾ ਨਾ ਲੱਗਿਆ। ਇਹ ਸਭ ਕੁਝ ਇੰਨਾ ਯਕਦਮ ਹੋਇਆ ਕਿ ਕਿਸੇ ਨੂੰ ਵੀ ਕੁਝ ਸੋਚਣ ਸਮਝਣ ਦਾ ਮੌਕਾ ਨਾ ਮਿਲਿਆ। ਕੁਝ ਹੀ ਸਕਿੰਟ ਬਾਅਦ ਕਾਇਨਾਤ ਦੀਆਂ ਦਰਦ ਭਰੀਆਂ ਚੀਕਾਂ ਧਰਤੀ ਦੀ ਹਿੱਕ ਤੇ ਬੈਣ ਪਾਉਂਦੀਆਂ ਸ਼ਾਂਤ ਹੋ ਗਈਆਂ ਤੇ ਕਾਇਨਾਤ ਇਹ ਦਰਦ ਨਾ ਸਹਾਰਦੀ ਹੋਈ ਬੇਹੋਸ਼ ਹੋ ਕੇ ਧਰਤੀ ਤੇ ਲੰਮੀ ਪਈ ਸੀ। ਅਗਲੇ ਕੁਝ ਕੁ ਮਿੰਟਾਂ ਵਿੱਚ ਮਾਹੌਲ ਵਿੱਚ ਭਗਦੜ ਅਤੇ ਇੱਕ ਅਸ਼ਾਂਤੀ ਫੈਲ ਗਈ। ਛੇਤੀ ਹੀ ਐਂਬੂਲੈਂਸ ਰਾਹੀਂ ਕਾਇਨਾਤ ਨੂੰ ਸ਼ਹਿਰ ਦੇ ਸਭ ਤੋਂ ਵੱਡੇ ਹਸਪਤਾਲ ਪਹੁੰਚਾਇਆ ਗਿਆ ਅਤੇ ਪੁਲਿਸ ਦੁਆਰਾ ਕਾਇਨਾਤ ਦੀ ਪਛਾਣ ਲਈ ਪੁੱਛਗਿੱਛ ਸ਼ੁਰੂ ਕੀਤੀ ਗਈ। ਕਾਲਜ ਦੇ ਮੁੱਖ ਦਰਵਾਜ਼ੇ ਮੂਹਰੇ ਅਤੇ ਸੜਕ ਦੇ ਬਿਲਕੁਲ ਵਿਚਕਾਰ ਵਾਪਰੇ ਇਸ ਹਾਦਸੇ ਨੇ ਜਿੱਥੇ ਸਾਰੀ ਆਵਾਜਾਈ ਰੋਕਣ ਦਾ ਕੰਮ ਕੀਤਾ ਤੇ ਜਾਮ ਲੱਗ ਗਿਆ, ਉੱਥੇ ਕਾਲਜ ਦੇ ਗੇਟ ਅੱਗੇ ਖੜੇ ਸੈਂਕੜੇ ਵਿਦਿਆਰਥੀਆਂ ਅਤੇ ਲੋਕਾਂ ਦੀ ਭੀੜ ਵਿੱਚ ਇਹ ਕੋਈ ਵੀ ਨਹੀਂ ਜਾਣਦਾ ਸੀ ਕਿ ਉਹ ਕੁੜੀ ਕੌਣ ਸੀ ਜੋ ਇਸ ਤੇਜ਼ਾਬੀ ਹਮਲੇ ਦਾ ਸ਼ਿਕਾਰ ਹੋ ਗਈ। ਦੋਸਤੋ, ਤੁਸੀਂ ਸੁਣ ਰਹੇ ਸੀ ਨਾਵਲ ਕਚਕੌਲ। ਅੱਜ ਇੰਨਾ ਹੀ। ਧੰਨਵਾਦ।